ਸਾਰਿਆਂ ਦਾ ਸਵਾਗਤ ਹੈ ਵੌਇਸ ਆਫ ਕਸ਼ਮੀਰੀ ਸਿੱਖ ਵਿੱਚ। ਅੱਜ ਸਾਡੇ ਨਾਲ ਨੇ ਸਰਦਾਰ ਅਜੀਤ ਸਿੰਘ ਮਸਤਾਨਾ ਜੀ, ਜਿਹੜਾ ਕਿ ਰਿਟਾਇਰਡ ਮਕੈਨੀਕਲ ਇੰਜੀਨੀਅਰ ਨੇ ਪੀਡੀਡੀ ਤੋਂ, ਨਾਲ ਹੀ ਨਾਲ ਪੰਜਾਬੀ ਦੇ ਰਾਈਟਰ ਵੀ ਨੇ। ਅਨੇਕੋ ਪੁਰਸਕਾਰ ਵੀ ਇਹਨਾਂ ਨੂੰ ਮਿਲੇ ਦੇ ਨੇ, ਕਾਫੀ ਕਿਤਾਬਾਂ ਵੀ ਇਹਨਾਂ ਨੇ ਲਿਖੀ ਹੋਈ ਨੇ, ਤੇ ਨਾਲ ਹੀ ਨਾਲ ਮਸਤਾਨਾ ਸਾਹਿਬ J&K ਪੰਜਾਬੀ ਸਾਹਿਤ ਸਭਾ ਕਸ਼ਮੀਰ ਦੇ ਪ੍ਰੈਜ਼ੀਡੈਂਟ ਵੀ ਨੇ। ਮਸਤਾਨਾ ਸਾਹਿਬ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ। ਮਸਤਾਨਾ, ਜਿਸ ਤਰ੍ਹਾਂ ਕਿ ਤੁਸੀਂ ਪੰਜਾਬੀ ਦੇ ਨਾਲ ਵੀ ਜੁੜੇ ਹੋਏ ਹੋ, ਕਸ਼ਮੀਰ ਦੇ ਹਰ ਚੀਜ਼ ਦੀ ਜਾਣਕਾਰੀ, ਤੇ ਅਸੀਂ ਅੱਜ ਗੱਲ ਤੁਹਾਡੇ ਨਾਲ ਕਰਾਂਗੇ ਗੁਰਦੁਆਰਾ ਐਕਟ ਤੇ। ਅਸੀਂ ਜਾਣਨਾ ਚਾਹਾਂਗੇ ਕਿ ਆਖਿਰ ਗੁਰਦੁਆਰਾ ਐਕਟ ਜਿਸ ਟਾਈਮ ਸਾਡੀਆਂ ਕਮੇਟੀਆਂ ਜਿੱਤ ਕੇ ਆਉਂਦੀਆਂ ਨੇ, ਤੇ ਇਹਨਾਂ ਨੂੰ ਗੁਰਦੁਆਰੇ ਐਕਟ ਦੀ ਨੌਲੇਜ ਕਿਉਂ ਨਹੀਂ ਹੁੰਦੀ? ਦੇਖੋ ਜੀ, ਗੁਰਦੁਆਰਾ ਐਕਟ ਬੜੀ ਕੁਰਬਾਨੀ ਤੋਂ ਬਾਅਦ ਇਹ ਰਿਆਸਤ ਵਿੱਚ ਅਮਲ ਵਿੱਚ ਲਿਆਂਦਾ ਗਿਆ। 1973 ਵਿੱਚ ਇਹ ਪਾਸ ਕੀਤਾ ਗਿਆ। ਇਹਦੇ ਪਿੱਛੇ ਇੱਕ ਬਹੁਤ ਲੰਮੀ ਤਹਿਰੀਕ ਸੀ ਸਾਡੀ ਗੁਰਦੁਆਰਾ ਰਿਫਾਰਮ ਦੀ, ਕਿਉਂਕਿ ਗੁਰਦੁਆਰਾ ਸਾਰੇ ਸਟੇਟ ਦੇ ਅੰਦਰ ਗੁਰਦੁਆਰਿਆਂ ਦੀ ਇੱਕ ਰਿਫਾਰਮ, ਇਸ ਦੀ ਚੰਗੀ ਮੈਨੇਜਮੈਂਟ ਵਾਸਤੇ ਸੰਗਤਾਂ ਇਹ ਚਾਹੁੰਦੀਆਂ ਸਨ ਕਿ ਸਾਡੇ ਵੀ ਇੱਥੇ ਐਕਟ ਬਣੇ, ਇੱਥੇ ਇਸ ਦਾ ਪ੍ਰਬੰਧ ਜਿਹੜਾ ਉਹ ਚੰਗੇ ਹੱਥਾਂ ਵਿੱਚ ਹੋਵੇ, ਗੁਰਦੁਆਰੇ ਤਰੱਕੀ ਕਰਨ। ਕਿਉਂਕਿ ਜਿਹੜਾ ਪੈਟਰਨ ਪੰਜਾਬ ਵਿੱਚ ਹੋਇਆ ਸੀ, ਪੰਜਾਬ ਦੇ ਗੁਰਦੁਆਰਾ ਐਕਟ ਤੋਂ ਬਾਅਦ ਇੱਥੇ ਵੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਸੀ। ਖੈਰ, ਇਹ ਲੰਮਾ ਇਤਿਹਾਸ ਹੈ। ਤਕਰੀਬਨ 50-60 ਸਾਲ ਦੀ ਸੰਘਰਸ਼ ਤੋਂ ਬਾਅਦ ਇਹ ਗੁਰਦੁਆਰਾ ਐਕਟ ਸਾਡੇ ਲੈਜਿਸਲੇਚਰ ਤੋਂ ਪਾਸ ਹੋਇਆ, ਤੇ ਇਹਦਾ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਉਸ ਵਕਤ ਦੇ MLA ਸਰਦਾਰ ਸੁਰਿੰਦਰ ਸਿੰਘ ਨੂੰ ਜਾਂਦਾ ਹੈ, ਜਿਹੜੇ ਟੰਗਮਰਗ ਤੋਂ ਰਿਪਰੈਜ਼ੈਂਟ ਕਰਦੇ ਸਨ। ਤੇ ਉਹਨਾਂ ਨੇ ਇਸ ਐਕਟ ਦਾ ਖਰੜਾ ਤਿਆਰ ਕੀਤਾ, ਪ੍ਰਵਾਨ ਕਰਵਾਇਆ, ਤੇ ਅਸੈਂਬਲੀ ਦੀ ਬਹੁਤ ਸੰਮਤੀ ਦੇ ਨਾਲ ਇਸ ਨੂੰ ਪਾਸ ਕਰਵਾਇਆ। ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਜਿਹੜਾ ਐਕਟ ਪਾਸ ਹੋਇਆ ਦਾ, ਇਸ ਐਕਟ ਦੇ ਤਹਿਤ ਜਿਹੜੇ ਸਾਡੇ ਮੈਂਬਰ ਜਿੱਤ ਕੇ ਆਉਂਦੇ ਨੇ, ਉਹ ਉਹਨਾਂ ਦੇ ਕੀ ਪਾਵਰ ਨੇ ਤੇ ਕੀ ਸੰਗਤ ਦੇ ਪਾਵਰ ਨੇ ਉਹਨਾਂ ਐਕਟਾਂ 'ਚ? ਦੇਖੋ, ਐਕਟ ਦੇ ਵਿੱਚ ਸਾਰੇ ਪਾਵਰ ਜਿਹੜੇ ਨੇ ਉਹ ਡਿਫਾਈਨਡ ਨੇ। ਇਹਦੇ ਬਾਅਦ ਇਹਦੇ ਰੂਲਸ ਵੀ ਬਣੇ ਹੋਏ ਨੇ ਜੀ। ਜਿਹੜੀ ਕਮੇਟੀ ਦੇ ਮੈਂਬਰ ਆਉਂਦੇ ਨੇ, ਜੇ ਤੇ ਬੇਸਿਕਲੀ ਇਹ ਤਾਂ ਸੇਵਾ ਭਾਵਨਾ ਵਾਸਤੇ ਆਉਂਦੇ ਨੇ। ਇਹਨਾਂ ਦਾ ਕੰਮ ਬਿਲਕੁਲ ਐਕਸਕਲੂਸਿਵਲੀ ਇਹ ਹੈ ਕਿ ਇਹ ਗੁਰਦੁਆਰਾ ਪ੍ਰਬੰਧ ਡਿਸਟ੍ਰਿਕਟ ਦੇ ਅੰਦਰ ਜਿਹੜੇ ਵੀ ਗੁਰਦੁਆਰੇ ਫਾਲ ਕਰਦੇ ਨੇ, ਉਹਨਾਂ ਦਾ ਇੱਕ ਕੁਸ਼ਲ ਔਰ ਚੰਗਾ ਪ੍ਰਬੰਧ ਗੁਰਦੁਆਰਿਆਂ ਦਾ ਜਿਹੜਾ ਇਹ ਨਿਭਾ ਸਕਣ। ਪਰ ਹੁੰਦਾ ਐਸਾ ਹੈ, ਮੇਰੇ ਆਪਣੇ ਤਜਰਬੇ ਵਿੱਚ ਐਸਾ, ਕਿਉਂਕਿ ਮੈਂ ਵੀ ਇਹਦੇ ਨਾਲ ਜੁੜਿਆ ਰਿਹਾ ਬੜੇ ਅਰਸੇ ਤੋਂ, ਮੈਂ ਦੇਖਿਆ ਕਿ ਅਸੀਂ ਡਾਈਵਰਟ ਹੋ ਜਾਂਦੇ ਹਾਂ ਇਸ ਏਜੰਡੇ ਤੋਂ। ਸਾਡਾ ਨਿਸ਼ਾਨਾ ਗੁਰਦੁਆਰਾ ਰਿਫਾਰਮ। ਅਸੀਂ ਇਸ ਨੂੰ ਸਮਝਦੇ ਹਾਂ ਕਿ ਸਾਡੀ ਸਿਆਸਤ ਦਾ, ਸਾਡੇ ਹੋਰ ਸਮਾਜਿਕ ਢੰਗ ਵਿੱਚ ਉੱਪਰ ਉੱਠਣ ਦਾ ਇੱਕ ਚਾਂਸ ਬਣਦਾ ਹੈ। ਇਸ ਵਾਸਤੇ ਇਹ ਲੋਕ ਉਸ ਦੀਆਂ ਧਾਰਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਦੇ। ਐਕਟ ਵਿੱਚ ਹਰ ਚੀਜ਼ ਡਿਫਾਈਨਡ ਹੈ। ਐਕਟ ਦੀ ਜਿਹੜਾ ਚੜਾਵਾ ਹੈ, ਇਹਦੀ ਮੈਨੇਜ ਕਿਸ ਤਰ੍ਹਾਂ ਕਰਨਾ ਹੈ, ਇਹਦਾ ਹਿਸਾਬ ਕਿਤਾਬ ਕਿਸ ਤਰ੍ਹਾਂ ਰੱਖਣਾ ਹੈ, ਇਹ ਸਾਰੇ ਡਿਫਾਈਨਡ ਨੇ। ਇੱਥੋਂ ਤੱਕ ਕਿ ਐਕਟ ਨੇ ਤੁਹਾਨੂੰ ਦੱਸਿਆ ਕਿ ਹਰ ਮਹੀਨੇ ਤੁਸੀਂ ਕਿਸ ਕਿਸਮ ਦਾ ਲੇਜਰ ਤਿਆਰ ਕਰਨਾ, ਤੁਹਾਡਾ ਜਿਹੜਾ ਬੈਲੈਂਸ ਸ਼ੀਟ ਹੈ ਉਹ ਕਿਸ ਤਰ੍ਹਾਂ ਆਉਣਾ ਚਾਹੀਦਾ ਮੰਥਲੀ। ਫਿਰ ਇਸ ਐਕਟ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਤੱਕ ਬੋਰਡ ਇਸ ਦੀ ਜਿਹੜੀ ਐਨੂਅਲ ਬਜਟ ਹੁੰਦਾ ਉਸ ਨੂੰ ਪਾਸ ਨਾ ਕਰੇ, ਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਪੈਸਾ ਖਰਚਣ ਦੀ। ਜਦਕਿ ਬੋਰਡ ਕਾਫੀ 15-20 ਸਾਲ ਤੋਂ ਡਿਫਾਂਗੇ, ਤੇ ਕਿਸ ਤਰ੍ਹਾਂ ਗੁਰਦੁਆਰਾ ਕਮੇਟੀਆਂ ਉਸ ਨੂੰ? ਬੜਾ ਅੱਛਾ ਸਵਾਲ ਤੁਸੀਂ ਚੁੱਕਿਆ ਹੈ। ਮੈਂ ਤਾਂ ਹੈਰਾਨ ਇਸ ਗੱਲ ਤੇ ਵੀ ਹੁੰਦਾ ਕਿ ਚੇਅਰਮੈਨ ਬੋਰਡ, ਇਹ ਮੈਨੂੰ ਕੋਈ ਦੱਸ ਸਕਦਾ, ਕੋਈ ਗੁਰੂ ਕਾ ਸਿੱਖ, ਕਿ ਇਹ ਕਦੋਂ ਅਮੈਂਡਮੈਂਟ ਹੋਈ ਹੈ ਕਿ ਗੁਰਦੁਆਰਿਆਂ ਦੇ ਬੋਰਡ ਦਾ ਜਿਹੜਾ ਹੈੱਡ ਹੈ ਹੀ ਇਜ਼ ਚੇਅਰਮੈਨ? ਦੇयर ਇਜ਼ ਨੋ ਚੇਅਰਮੈਨ। ਗੁਰਦੁਆਰਾ ਬੋਰਡ ਦਾ ਹੈੱਡ ਜਿਹੜਾ ਹੁੰਦਾ ਹੈ ਉਹ ਪ੍ਰਧਾਨ ਹੈ। ਜੰਮੂ ਕਸ਼ਮੀਰ ਗੁਰਦੁਆਰਾ ਸਟੇਟ ਗੁਰਦੁਆਰਾ ਪ੍ਰੈਜ਼ੀਡੈਂਟ। ਇਹ ਉਸ ਵਿੱਚ ਚੇਅਰਮੈਨ ਬੋਰਡ ਕਿਉਂ? ਚੇਅਰਮੈਨ ਬੋਰਡ ਇਨਸਰਟ ਹੋਇਆ, ਇਹ ਤੁਸੀਂ ਪਤਾ ਕਰਨਾ ਹੈ। ਮੇਰੀ ਨੌਲੇਜ ਵੀ ਤਾਂ ਨਹੀਂ ਹੈ ਇਹ ਕਦੋਂ ਅਮੈਂਡਮੈਂਟ ਹੋਈ। ਤੁਹਾਡਾ ਕਹਿਣਾ ਹੈ ਕਿ ਗੁਰਦੁਆਰਾ ਐਕਟ ਜਿਹੜਾ ਉਹਦੇ ਵਿੱਚ ਚੇਅਰਮੈਨ ਨਾ ਕਿਧਰੇ ਵੀ ਨਹੀਂ ਹੈ। ਜਿਹੜਾ J&K ਸਟੇਟ ਬੋਰਡ ਹੈ, ਜਿਹਦੇ 15 ਮੈਂਬਰ ਹੁੰਦੇ ਨੇ, ਉਹਦਾ ਜਿਹੜਾ ਹੈੱਡ ਹੁੰਦਾ ਹੈ ਉਹ ਪ੍ਰੈਜ਼ੀਡੈਂਟ ਹੁੰਦਾ ਹੈ। ਤੇ ਜੇ ਦੂਜਾ ਪ੍ਰਾਂਤ ਹੈ, ਸਮਝੋ ਹੁਣ ਤੁਸੀਂ ਕਸ਼ਮੀਰ ਪ੍ਰਾਂਤ ਹੈ, ਕਸ਼ਮੀਰ ਪ੍ਰਾਂਤ ਦਾ ਜਿਹੜਾ ਹੈੱਡ ਹੋਏਗਾ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਲੋਕ ਹੁਣ ਉਹ ਆਪਣੇ ਚੇਅਰਮੈਨ ਵੀ ਬਣਾਉਣੇ ਸ਼ੁਰੂ ਹੋ ਗਏ ਨੇ। ਇੱਕ ਪਿਰਤ ਚੱਲੀ ਹੈ ਨਾ ਜੀ, ਡਿਸਟ੍ਰਿਕਟ ਕਮੇਟੀ ਹੈ ਕੋਈ, ਉਹ ਦੇਖਦੇ ਨੇ 6 ਮੈਂਬਰ ਨੇ, ਉਹਨਾਂ ਵਿੱਚੋਂ ਐਗਜ਼ੈਕਟਿਵ ਦੇ 6 ਆ ਜਾਂਦੇ ਨੇ, 7ਵੇਂ 8ਵੇਂ ਨੂੰ ਨਾਲ ਚਲਾਉਣ ਵਾਸਤੇ ਇਹ ਚੇਅਰਮੈਨ ਹੋ ਗਿਆ ਜੀ। ਐਸਾ ਕੋਈ ਵੀ ਪ੍ਰੋਵੀਜ਼ਨ ਐਕਟ ਦੇ ਵਿੱਚ ਨਹੀਂ ਹੈ। ਜਿਹੜੀ ਸਾਡੇ ਗੁਰਦੁਆਰਾ ਐਕਟ ਵਿੱਚ, ਉਹਦੇ ਵਿੱਚ ਅਗਰ ਅਸੀਂ ਡਿਸਟ੍ਰਿਕਟ ਦੀ ਕਮੇਟੀ ਦੀ ਗੱਲ ਕਰਦੇ ਹਾਂ, ਕਿਹੜੀ ਪੋਸਟਾਂ ਨੇ? ਡਿਸਟ੍ਰਿਕਟ ਕਮੇਟੀ ਦੇ ਵਿੱਚ ਡਿਫਾਈਨਡ ਪੋਸਟਾਂ ਜਿਹੜੀਆਂ ਨੇ, ਇੱਕ ਪ੍ਰਧਾਨ ਹੈ, ਉਹਦਾ ਇੱਕ ਵਾਈਸ ਪ੍ਰੈਜ਼ੀਡੈਂਟ ਹੈ ਜੀ, ਇੱਕ ਸਕੱਤਰ ਹੈ ਹਾਂਜੀ, ਇੱਕ ਜੁਆਇੰਟ ਸਕੱਤਰ ਹੈ, ਇੱਕ ਕੈਸ਼ੀਅਰ ਹੈ। ਤੇ ਜਿਹੜੇ ਬਾਕੀ 11 ਮੈਂਬਰਾਂ ਵਿੱਚੋਂ 11 ਮੈਂਬਰ ਐਗਜ਼ੈਕਟਿਵ ਦੇ ਮੈਂਬਰ ਨੇ। ਠੀਕ ਹੈ ਜੀ। ਹੁਣ ਕਿਸੇ ਜਗ੍ਹਾ ਕਿਸੇ ਡਿਸਟ੍ਰਿਕਟ ਕਮੇਟੀ ਦੇ ਕੋਲ ਅਗਰ ਪੂਰਾ ਕੋਰਮ ਨਹੀਂ ਹੁੰਦਾ, ਉਹਦੇ ਨਾਲ 5 ਬੰਦੇ ਹੁੰਦੇ ਨੇ, 7 ਬੰਦੇ ਹੁੰਦੇ ਨੇ, ਉੱਥੇ ਕੋਸ਼ਿਸ਼ ਕਰਦੇ ਨੇ ਕਿ ਹੋਰ ਪੋਰਟਫੋਲੀਓ ਕਿਸੇ ਨਾ ਕਿਸੇ ਰੂਪ ਵਿੱਚ ਦੇਣਾ ਜਾਇਜ਼ ਹੈ। ਨਹੀਂ ਦੇਣਾ ਜਾਇਜ਼ ਨਹੀਂ ਹੈ, ਇਲੀਗਲ ਹੈ, ਉਹ ਜਾਇਜ਼ ਨਹੀਂ ਹੈ। ਕਿ ਉਹਨਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ। ਅੱਛਾ, ਫਿਰ ਅਗਰ ਤੁਸੀਂ ਆਪਣੇ ਤੌਰ ਤੇ ਉਹਨਾਂ ਨੂੰ ਮੰਨ ਕੇ ਚਲਾਉਂਦੇ ਹੋ, ਦੇਖੋ ਉੱਥੇ ਤੱਕ ਤਾਂ ਠੀਕ ਹੈ। ਤੁਸੀਂ ਇਹਦਾ ਡਿਫਾਈਨ ਬਾਹਰ ਵੀ ਦੱਸਦੇ ਹੋ, ਇਹ ਸਾਡੇ ਚੇਅਰਮੈਨ ਆ ਗਏ ਨੇ, ਇਹ ਸਾਡੇ ਫਲਾਣੇ ਆ ਗਏ ਨੇ, ਕੁਝ ਇਹ ਐਸਾ ਕੋਈ ਪ੍ਰੋਵੀਜ਼ਨ ਜਿਹੜਾ ਹੈ ਉਹਦੇ ਵਿੱਚ ਕਿਧਰੇ ਵੀ ਨਹੀਂ ਹੈ।
ਤੇ ਜਿਸ ਤਰ੍ਹਾਂ ਗੁਰਦੁਆਰਾ ਐਕਟ ਦੀ ਅਗਰ ਅਸੀਂ ਗੱਲ ਕਰੀਏ ਤੇ ਗੁਰਦੁਆਰਾ ਐਕਟ ਦੇ ਤਹਿਤ ਸਾਡੇ ਗੁਰਦੁਆਰਿਆਂ ਵਿੱਚ ਸਭ ਤੋਂ ਬੜੀ ਜਿਹੜੀ ਦਿੱਕਤ ਆ ਰਹੀ ਹੈ ਕਿ ਅਗਰ ਸਾਡੇ ਗੁਰਦੁਆਰਿਆਂ ਦੀ ਪ੍ਰਾਪਰਟੀ ਹੈ ਉਸ ਨੂੰ ਬਿਨਾਂ ਸੰਗਤ ਦੀ ਨੌਲੇਜ ਦੇ ਸੇਲ ਆਊਟ ਕੀਤਾ ਜਾਂਦਾ ਹੈ, ਵੇਚਿਆ ਜਾਂਦਾ ਹੈ। ਭਾਵੇਂ ਦੁਕਾਨਾਂ ਨੇ ਉਹਨਾਂ ਨੂੰ ਪਿਛਲੇ 20 25 30 30 40 50 ਸਾਲ ਤੋਂ ਲੋਕਾਂ ਦੇ ਕੋਲ ਫਸੀ ਹੋਈ ਨੇ, ਇੱਕ ਬੰਦਾ ਦੂਜੇ ਬੰਦੇ ਨੂੰ ਵੇਚ ਜਾਂਦਾ ਹੈ। ਆਖਿਰ ਕੀ ਐਕਟ ਵਿੱਚ ਐਸਾ ਕੁਝ ਹੈ? ਦੇਖੋ ਜੀ, ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਤਾਂ ਹੈ ਕਿ ਹਰ ਡਿਸਟ੍ਰਿਕਟ ਦੇ ਗੁਰਦੁਆਰਿਆਂ ਦਾ ਬਾਕਾਇਦਾ ਉਹਦੀ ਪ੍ਰਾਪਰਟੀ ਦਾ, ਦੁਕਾਨਾਂ ਦਾ, ਜ਼ਮੀਨ ਦਾ ਜਾਂ ਕੋਈ ਵੀ ਗੁਰਦੁਆਰੇ ਦੇ ਨਾਲ ਜੁੜਦੀ ਪ੍ਰਾਪਰਟੀ ਹੈ ਉਹਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਏ, ਉਹਦੇ ਕਾਗਜ਼ਾਤ ਰੱਖੇ ਜਾਣ, ਉਹਨਾਂ ਦੇ ਡੀਡਸ ਰੱਖੇ ਜਾਣ। ਇਸ ਤਰ੍ਹਾਂ ਦਾ ਕੰਮ ਪਹਿਲੇ ਹੋਇਆ ਸੀ, ਕਿਉਂਕਿ ਸ਼ੁਰੂਆਤ ਦੇ ਦਿਨਾਂ ਵਿੱਚ ਜਦੋਂ 76 ਤੋਂ ਇਹ ਆਰੰਭ ਹੋਇਆ, ਕੁਝ ਕਮੇਟੀਆਂ ਬਣੀਆਂ, ਅਸੀਂ ਬੁਨਿਆਦੀ ਕੰਮ ਸਾਰਾ ਕੀਤਾ ਹੈ। ਅਸਾਂ ਇਹਨਾਂ ਦੀਆਂ ਫਾਈਲਾਂ ਤਿਆਰ ਕਰਵਾਈਆਂ ਸਨ ਹਰ ਇੱਕ ਗੁਰਦੁਆਰਾ ਸਾਹਿਬ ਅੱਜ ਦੀ ਗੱਲ ਅਗਰ ਅਸੀਂ ਕਰਦੇ ਹਾਂ, ਮਗਰ ਅੱਜ ਦੀ ਗੱਲ ਕਰਦੇ ਹਾਂ ਕਿ ਅੱਜ ਦੇ ਟਾਈਮ ਵਿੱਚ ਅਗਰ ਅਸੀਂ ਦੇਖਦੇ ਹਾਂ ਤੇ ਅੱਜ ਤੇ ਕਮੇਟੀਆਂ ਮੈਕਸਿਮਮ ਕਮੇਟੀਆਂ ਨੇ ਜਿਨ੍ਹਾਂ ਨੇ ਆਡਿਟ ਹੀ ਨਹੀਂ ਕਰਾਏ ਤੇ ਮੀਟਿੰਗ ਦੂਰ ਦੀ ਗੱਲ ਹੈ, ਆਡਿਟ ਤੱਕ ਨਹੀਂ ਕਰਵਾਏ ਹੋਏ ਉਹਨਾਂ ਨੇ। ਬੜਾ ਗਲਤ ਹੈ ਇਹ, ਮੈਨੂੰ ਨਹੀਂ ਸਮਝ ਆਉਂਦੀ। ਉਹਦੇ ਵਿੱਚ ਐਕਟ ਕੀ ਕਹਿੰਦਾ, ਕੀ ਸਜ਼ਾ ਹੈ? ਇਹ ਸਜ਼ਾ ਤਾਂ ਦੇਖੋ ਜੀ, ਉਹ ਕਮੇਟੀ ਕਿਸ ਦੇ ਅੰਡਰ ਆਉਂਦਾ, ਕਿਹੜਾ ਐਕਟ ਉਹ ਕਰ ਹੀ ਨਹੀਂ ਸਕਦੀ। ਬੋਰਡ ਦੇਖੋ, ਆਪ ਕਹਿੰਦੇ ਹੋ ਤੁਸੀਂ ਬੋਰਡ ਤਾਂ ਬਣਿਆ ਨਹੀਂ, ਹੁਣ ਬੋਰਡ ਦਾ ਕੁੰਡਾ ਉੱਪਰ ਹੁੰਦਾ ਸੀ ਉਹ ਡਿਸਟ੍ਰਿਕਟ ਕਮੇਟੀਆਂ ਨੂੰ ਕਿਹੜਾ ਕਰ ਸਕਦਾ ਹੈ? ਇਸ ਵਕਤ ਐਡਮਿਨਿਸਟ੍ਰੇਸ਼ਨ ਇਸ ਵਕਤ ਗਵਰਨਮੈਂਟ ਤੱਕ ਹੈ, ਕਿਉਂਕਿ ਹੁਣ ਤਾਂ ਟੈਨੋਰ ਹੀ ਪੂਰਾ ਹੋ ਗਿਆ। ਕੀ ਉਹਨਾਂ ਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਹੈ ਇਲੈਕਸ਼ਨ ਲੜਨ ਦਾ, ਐਸੀ ਕਮੇਟੀਆਂ ਨੂੰ ਜਿਨ੍ਹਾਂ ਨੇ ਅੱਜ ਤੱਕ ਆਡਿਟ ਨਹੀਂ ਕਰਵਾਇਆ? ਦੇਖੋ, ਮੈਂ ਤੁਹਾਨੂੰ ਅਰਜ਼ ਕਰਾਂ, ਪਿਛਲੀ ਵਾਰੀ ਜਿਹੜੀ ਚੋਣ ਹੋਈ ਸੀ ਨਾ 2015 ਵਿੱਚ, ਠੀਕ ਹੈ ਜੀ, ਉਸ ਤੋਂ ਬਾਅਦ ਬੋਰਡ ਬਣਨਾ ਸੀ, ਬੋਰਡ ਨਹੀਂ ਬਣ ਸਕਿਆ ਕਿਉਂਕਿ ਕੋਰਟ ਦੇ ਵਿੱਚ ਕੇਸ ਚਲਾ ਗਿਆ। ਨਹੀਂ, ਅੱਜ ਅਸੀਂ ਜਾਣਨਾ ਚਾਹਾਂਗੇ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਕੋਈ ਵੀ ਆਡਿਟ ਨਹੀਂ ਕਰਵਾਇਆ, ਮੀਟਿੰਗਾਂ ਨਹੀਂ ਕਰਵਾਈਆਂ, ਤੇ ਕੀ ਉਹਨਾਂ ਲੋਕਾਂ ਨੂੰ ਦੁਬਾਰਾ ਇਲੈਕਸ਼ਨ ਲੜਨ ਵਾਸਤੇ ਸਾਹਮਣੇ ਆਉਣਾ ਚਾਹੀਦਾ ਹੈ? ਦੇਖੋ ਜੀ, ਇਹ ਤਾਂ ਉੱਥੇ ਲਿਖਿਆ ਹੋਇਆ ਐਕਟ ਇੱਕ ਕਲਾਸ ਹੈ, ਫੰਡਾਮੈਂਟਲ ਕਲਾਸ ਦੱਸਦਾ ਕਿ ਗੁਰਦੁਆਰੇ ਦਾ ਬਕਾਇਦਾਰ ਤਾਂ ਕਿਸੇ ਇਲੈਕਸ਼ਨ ਵਿੱਚ ਖੜਾ ਹੀ ਨਹੀਂ ਹੋ ਸਕਦਾ। ਇਹ ਇੱਥੋਂ ਤੱਕ ਦਾ ਹੈ। ਬਕਾਇਦਾਰ ਕਿਸ ਨੂੰ ਕਹੀਏ ਇਸ ਵਿੱਚ? ਇਸ ਵਿੱਚ ਅਸੀਂ ਕਹਿ ਸਕਦੇ ਹਾਂ ਜਿਸ ਦਾ ਹਿਸਾਬ ਕੋਈ ਨਹੀਂ ਹੈ, ਉਹਦਾ ਹਿਸਾਬ ਕਿਸ ਦੇ ਸਿਰ ਤੇ ਮੜੋਗੇ। ਸਵਾਲ ਇਹ ਹੈ ਕਿ ਜਿਸ ਦਾ ਆਡਿਟ ਹੀ ਨਹੀਂ ਹੋਇਆ, ਜਿਹਦਾ ਬਜਟ ਹੀ ਨਹੀਂ ਬਣਿਆ, ਜਿਸ ਦਾ ਬਜਟ ਅਪਰੂਵ ਨਹੀਂ ਹੋਇਆ, ਜਿਸ ਦੇ ਆਡਿਟ ਲੱਖਾਂ ਵਿੱਚ ਖਰਚ ਹੋਏ ਨੇ, ਕਿਸ ਕੀਤੇ ਨੇ, ਉਹ ਕਿਹੜੇ ਧਾਰਾ ਦੇ ਤਹਿਤ ਹੋਏ ਨੇ, ਉਹਨਾਂ ਬਾਕਾਇਦਾ ਉਹਨਾਂ ਦੀ ਕੋਈ NIT ਉਹਨਾਂ ਦੀ ਨਿਕਲੇ ਨੇ, ਕੋਈ ਉਹਦੀ ਚੰਗੀ ਸਰਵੇ ਕੀਤੀ ਗਈ ਹੈ, ਕਿਸ ਤਰ੍ਹਾਂ ਹੋਇਆ? ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਇਸ ਕਰਕੇ ਲੱਗਦਾ ਹੈ ਕਿ ਇਹਦੇ ਵਿੱਚ ਕਾਫੀ ਕੰਮ ਕਰਨ ਦੀ ਲੋੜ ਹੈ। ਕੀ ਕਹਿੰਦਾ ਅਗਰ ਸਾਡੇ ਗੁਰਦੁਆਰਾ ਸਾਹਿਬ ਦੀਆਂ ਜਿਹੜੇ ਪੁਰਾਣੀ ਕੋਈ ਕਮੇਟੀਆਂ ਜਿਨ੍ਹਾਂ ਨੇ ਰਸੀਦ ਬੁੱਕਾਂ ਜਲਾ ਦਿੱਤੀਆਂ, ਡਿਸਟਰੋਏ ਕਰ ਦਿੱਤੀਆਂ, ਅਗਰ ਰਸੀਦ ਬੁੱਕਾਂ ਡਿਸਟਰੋਏ ਕੀਤੀ ਜਾਂਦੀਆਂ ਨੇ, ਉਹਦੇ ਬਾਰੇ ਵਿੱਚ ਕੀ ਕਹਿਣਾ ਤੁਹਾਡਾ? ਨਹੀਂ, ਰਸੀਦ ਬੁੱਕਾਂ ਡਿਸਟਰਾਇਡ ਹੋ ਤਾਂ ਇੰਬੈਜ਼ਲਮੈਂਟ ਮੰਨਿਆ ਜਾਏਗਾ ਉਸ ਨੂੰ, ਉਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਗੁਰਦੁਆਰਾ ਰਿਕਾਰਡ ਹੈ, ਈਵਨ ਇਹ ਵੀ ਦਰਜ ਹੈ। ਅਗਰ ਗੁਰਦੁਆਰੇ ਦਾ ਜਿਹੜਾ ਰਿਕਾਰਡ ਹੈ ਤੁਸੀਂ ਸੰਭਾਲ ਕੇ ਰੱਖਣਾ ਹੈ, ਇਹ ਕਿਤੇ ਫਿਰ ਇਸ ਨੂੰ ਡਿਸਟਰੋਏ ਕਰਨ ਵਾਸਤੇ ਵੀ ਆਫਟਰ 10-15 ਈਅਰਸ ਇਸ ਦਾ ਬਾਕਾਇਦਾ ਇੱਕ ਕਮੇਟੀ ਬਣਦੀ ਹੈ, ਉਹ ਕਮੇਟੀ ਅਪਰੂਵ ਕਰਦੀ ਹੈ, ਫਿਰ ਇਹ ਡਿਸਟਰੋਏ ਹੁੰਦਾ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ। ਇਹਦਾ ਇਹੋ ਤਾਂ ਚਾਹੁੰਦੀ ਹੈ ਸੰਗਤ, ਇਸ ਵਕਤ ਸਾਰੀ ਕਹਿੰਦੀ ਹੈ ਕਿ ਵੀ ਹਿਸਾਬ ਕਿਤਾਬ ਜਿਹੜਾ ਹੈ ਉਹ ਹੋਣਾ ਚਾਹੀਦਾ, ਆਡਿਟ, ਸਪੈਸ਼ਲ ਆਡਿਟ ਹੋਣਾ ਚਾਹੀਦਾ। ਸਰਕਾਰਾਂ ਨੂੰ ਵੀ ਚਾਹੀਦਾ, ਖਾਸ ਤੌਰ ਤੇ ਜਿਤਨੇ ਵੀ ਡਿਸਟ੍ਰਿਕਾਂ ਦੇ DC ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੇ ਡਿਸਟ੍ਰਿਕਟ ਦੇ ਉੱਥੇ ਆਡੀਟਰਸ ਬਿਠਾਉਣ ਔਰ ਗੁਰਦੁਆਰਿਆਂ ਦੇ 5 ਸਾਲ ਦਾ ਹਿਸਾਬ ਕਰਨ। ਐਟਲੀਸਟ ਪਿਛਲਾ ਤਾਂ ਚਲੋ ਨਹੀਂ ਮਿਲਿਆ, ਇਹਨਾਂ 5 ਸਾਲਾਂ ਦਾ ਹਿਸਾਬ ਤਾਂ ਹੋ ਸਕਦਾ ਹੈ। ਤੇ ਅਗਰ ਕਮੇਟੀਆਂ ਦਾ ਆਪਣਾ ਜਿਹੜਾ ਟੈਨਿਓਰ ਹੈ ਉਹ ਖਤਮ ਹੋ ਗਿਆ, ਉਸ ਤੋਂ ਬਾਅਦ ਐਕਸਟੈਂਸ਼ਨਾਂ 3 ਮਹੀਨੇ ਦੀਆਂ ਦਿੱਤੀ ਗਈਆਂ, ਕੀ ਸਾਡੇ ਐਕਟ ਵਿੱਚ ਉਹ ਐਕਸਟੈਂਸ਼ਨਸ ਹੈ? ਦੇਖੋ, ਇਹ DC ਤੱਕ ਹੁੰਦਾ ਹੈ ਕਿ ਉਹ ਇਸ ਨੂੰ ਦੇਖੇ, ਲੇਕਿਨ ਗੱਲ ਇਹ ਹੈ ਕਿ ਇਹਦਾ ਪ੍ਰੋਵੀਜ਼ਨ ਇਹ ਵੀ ਹੈ ਕਿ DC ਅਗਰ ਇਸ ਨਾਲ ਮੁਤਫਿਕ ਨਹੀਂ ਹੁੰਦਾ ਕਿ ਪ੍ਰਬੰਧ ਉਸ ਤਰ੍ਹਾਂ ਨਹੀਂ ਠੀਕ ਚੱਲ ਸਕਦਾ, ਤੇ ਉਹ ਨਾਮੀਨੇਟ ਵੀ ਕਰ ਸਕਦੇ ਨੇ। ਐਸਾ ਜਿਹੜੀ ਕਮੇਟੀਆਂ ਪੁਰਾਣੀਆਂ ਜਿਨ੍ਹਾਂ ਨੇ ਟੈਨਰ ਖਤਮ ਹੋਇਆ, ਕਿ ਉਹ ਅੱਗੇ ਹੋਰ ਟੈਨਰ ਜਿਹੜਾ ਨਾ ਖਤਮ ਉਹਦੇ ਵਿੱਚ 3 ਮਹੀਨੇ 6 ਮਹੀਨੇ ਕੀ ਚਲਾ ਸਕਦੀਆਂ ਨੇ? ਚਲਾਉਣ ਦਾ ਇੱਕ ਕਮੇਟੀ ਦਾ ਟੈਨਰ ਖਤਮ ਹੋ ਗਿਆ, ਉਹ ਕੰਟੀਨਿਊ ਕਰ ਸਕਦੀ ਹੈ? ਦੇਖੋ, ਇਹ ਰਾਜਨੀਤਿਕ ਤੌਰ ਤੇ ਇਹ ਫੈਸਲੇ ਹੁੰਦੇ ਨੇ। ਐਕਟ ਇਸ ਸਮੇਂ ਨਹੀਂ, ਐਕਟ ਵਿੱਚ ਐਕਟ ਦੀ ਗੱਲ ਕਰ ਰਹੇ ਹਾਂ। ਐਕਟ ਵਿੱਚ ਐਸਾ ਕੁਝ ਨਹੀਂ। ਐਕਟ ਵਿੱਚ ਸਿੱਧਾ ਹੈ ਕਿ ਬਈ ਅਸੀਂ ਤੁਹਾਡਾ ਡਿਸਕਸ਼ਨ ਜਿਹੜਾ ਸਾਡੇ ਨਾਲ ਹੋ ਰਿਹਾ ਉਹ ਐਕਟ ਦੇ ਤਹਿਤ। ਐਕਟ ਦੀ ਪ੍ਰੋਵੀਜ਼ਨ ਇਹ ਹੈ ਕਿ ਤੁਹਾਡਾ ਟੈਨਰ ਖਤਮ ਹੋਇਆ, ਨਵੀਂ ਇਲੈਕਸ਼ਨ ਜਿਹੜੀ ਹੋਣੀ ਬਣਦੀ ਹੈ, ਤੇ ਜੇ ਕੋਈ ਐਸਾ ਨਹੀਂ ਹੁੰਦੀ ਕਿਸੇ ਵਜ੍ਹਾ ਨਾਲ, ਤੇ ਫਿਰ ਇਹ DC ਜਿਹੜਾ ਹੈ ਡਿਸਟ੍ਰਿਕਟ ਦਾ, ਉਹ ਇਹ ਪਾਵਰ ਰੱਖਦਾ ਹੈ ਕਿ ਉਹ ਐਕਟ ਦੀ ਕੀ ਲੋੜ ਪਈ ਸਾਨੂੰ? ਆਖਿਰ ਸਾਡੇ ਗੁਰਦੁਆਰਾ ਸਾਹਿਬ ਵਿੱਚ ਐਕਟ ਦੀ ਲੋੜ ਕੀ ਪਈ? ਐਸਾ ਕੀ ਹੋ ਗਿਆ ਕਿ ਸਾਨੂੰ ਐਕਟ ਬਣਵਾਉਣਾ ਪਿਆ ਇਸ ਦਾ, ਜਿਹੜਾ ਕਿ ਸਰਕਾਰ ਨੂੰ ਵਿੱਚ ਇਨਵੋਲਵ ਹੋਣਾ ਪਿਆ? ਉਹਦੇ ਪਿੱਛੇ ਇੱਕ ਬੜਾ ਲੰਮਾ ਇਤਿਹਾਸ ਹੈ। ਉਹ ਮੇਰੇ ਖਿਆਲ ਇਹਨਾਂ ਛੋਟੇ ਜਿਹੇ ਇਸ ਇੰਟਰਵਿਊ ਵਿੱਚ ਉਹ ਚੀਜ਼ਾਂ ਨਹੀਂ ਕਵਰ। ਅਗਰ ਉਸ ਦੇ ਵਿੱਚ ਇੰਨਾ ਵੱਡਾ ਇਤਿਹਾਸ ਹੈ, ਅੱਜ ਕੁਝ ਕਮੇਟੀਆਂ ਸਾਡੀਆਂ ਕਿਉਂ ਇਸ ਤੋਂ ਕਤਰਾ ਰਹੀਆਂ ਨੇ ਕਿ ਸਾਨੂੰ ਐਡਮਿਨਿਸਟ੍ਰੇਟਰ ਨਹੀਂ ਚਾਹੀਦਾ, ਸਰਕਾਰ ਦੀ ਇੰਟਰਫੇਰੈਂਸ ਨਹੀਂ ਚਾਹੀਦੀ, ਤੇ ਜਦ ਅਗਰ ਸਰਕਾਰ ਐਕਸਟੈਂਡ ਕਰਦੀ ਹੈ ਉਹਨਾਂ ਨੂੰ ਤੇ ਉਸ ਵਿੱਚ ਉਹਨਾਂ ਨੇ ਮੰਨ ਜਾਂਦੇ ਨੇ। ਅਗਰ ਕਹਿੰਦੇ ਨੇ ਕਿ ਐਡਮਿਨਿਸਟ੍ਰੇਟਰ ਲਿਆਉਣਾ, ਤੇ ਤਦ ਸਰਕਾਰ ਦੀ ਕੋਈ ਲੈਣ ਦੇਣ ਵਿੱਚ ਕਹਿੰਦੇ ਕੋਈ ਲੈਣ ਦੇਣ ਨਹੀਂ ਹੈ ਸਰਕਾਰ ਦਾ। ਨਹੀਂ, ਐਸਾ ਨਹੀਂ ਹੈ। ਆਖਿਰਕਾਰ ਕਈ ਵਾਰੀ ਅੱਗੇ ਵੀ ਹੋਇਆ ਕਿਸੇ ਡਿਸਟ੍ਰਿਕਟ ਕਮੇਟੀਆਂ ਦੇ ਵਿੱਚ ਅਗਰ ਕਿਤੇ ਮੈਂਬਰਾਂ ਦੀ ਕਮੀ ਹੋਈ ਜਾਂ ਉਹਨਾਂ ਨੇ ਕੋਈ ਵੋਟ ਆਫ ਨੋ ਕੌਨਫੀਡੈਂਸ ਕੀਤਾ ਜਾਂ ਕੁਝ ਕਿਸਮ ਦਾ ਹੋਇਆ, ਉਸ ਵਕਤ DCs ਨੇ ਹੀ ਇਸ ਦਾ ਪ੍ਰਬੰਧ ਜਿਹੜਾ ਹੈ ਆਲਟਰਨੇਟਿਵ ਪ੍ਰਬੰਧ ਕੀਤਾ ਹੈ। ਇਹ ਕਈ ਵਾਰੀ ਹੋਇਆ। ਮੈਨੂੰ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਗੁਰਦੁਆਰੇ ਵਿੱਚ ਕਈ ਜਗ੍ਹਾ ਤੇ ਆਪਸ ਵਿੱਚ ਹੀ ਇੱਕ ਦੂਜੇ ਤੇ
ਇਲਜ਼ਾਮ ਲਗਾ ਕੇ ਕੋਰਟ ਕੇਸ ਕੀਤੇ ਹੋਏ ਨੇ, ਪੈਸਾ ਤੇ ਸੰਗਤ ਦਾ ਜਾ ਰਿਹਾ, ਉਹਦੇ ਵਿੱਚ ਐਕਟ ਕੀ ਕਹਿੰਦਾ ਕਿ ਉਹ ਐਕਟ ਵਿੱਚ ਕੁਝ ਨਹੀਂ ਹੈ ਐਸਾ? ਨਹੀਂ, ਗੱਲ ਇਹ ਹੈ ਕਿ ਦੇਖੋ ਇਹੋ ਤਾਂ ਸਭ ਤੋਂ ਵੱਡੀ ਰੂਟ ਕਾਜ਼ ਹੈ ਨਾ। ਆਂਦੇ ਤਾਂ ਅਸੀਂ ਸੇਵਾ ਵਾਸਤੇ ਹਾਂ, ਲੇਕਿਨ ਫਿਰ ਸਾਡੀ ਉਹ ਹੋਮੇ ਅਤੇ ਸਾਡਾ ਉਹ ਜਿਹੜਾ ਨਿਸ਼ਚਾ ਹੈ, ਅਸੀਂ ਹੋਰ ਨਜ਼ਰ ਕਿਸੇ ਹੋਰ ਪਾਸੇ ਹੁੰਦੀ ਹੈ, ਅਸੀਂ ਉਹ ਸੇਵਾ ਚੰਗੇ ਸੇਵਾਦਾਰ ਵੀ ਸਾਬਤ ਨਹੀਂ ਹੋ ਸਕਦੇ। ਦੇਖੋ, ਐਕਟ ਇਸ ਚੀਜ਼ ਦੀ ਇਜਾਜ਼ਤ ਨਹੀਂ। ਐਕਟ ਤੁਹਾਨੂੰ ਐਕਸਕਲੂਸਿਵਲੀ ਤੁਸੀਂ ਗੁਰਦੁਆਰਾ ਪ੍ਰਬੰਧ ਵਾਸਤੇ ਬਣੇ ਹੋ, ਤੁਹਾਡਾ ਏਜੰਡਾ ਹੋਰ ਕੁਝ ਨਹੀਂ ਹੋ ਸਕਦਾ। ਤੋ ਜਿਸ ਤਰ੍ਹਾਂ ਅਸੀਂ ਹੁਣ ਅੱਜ ਤੁਸੀਂ ਦੇਖ ਲਓ ਕਿਸ ਤਰ੍ਹਾਂ ਹੋ ਰਿਹਾ, ਸਾਡੇ ਪ੍ਰਬੰਧਕ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ MLA ਤੋਂ ਘੱਟ ਨਹੀਂ ਸਮਝਦੇ। ਇਹ ਕੋਈ ਇਸ ਤਰ੍ਹਾਂ ਦੀ ਗੱਲ ਮੈਨੂੰ ਕਹਿਣੀ ਪੈਂਦੀ ਹੈ, ਕਿਉਂਕਿ ਅਸੀਂ ਜਿਸ ਵਕਤ ਐਕਟ ਲਵਾਇਆ ਸੀ ਜਾਂ ਇਸ ਦੇ ਵਾਸਤੇ ਇੱਕ ਸੰਘਰਸ਼ ਕੀਤਾ ਸੀ, ਅਸੀਂ ਕੰਮ ਕੀਤਾ ਸੀ, ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਗੁਰਦੁਆਰੇ ਚੰਗੇ ਹੱਥਾਂ ਦੇ ਵਿੱਚ ਜਾਣ, ਗੁਰਦੁਆਰਿਆਂ ਦਾ ਪ੍ਰਬੰਧ ਬੜਾ ਤਕੜਾ ਹੋਵੇ, ਔਰ ਇਹ ਜਿਹੜੀ ਮਾਇਆ ਹੈ ਸੰਗਤ ਦੀ, ਇਹ ਚੰਗੇ ਅਰਥਾਂ ਵਿੱਚ ਲੱਗੇ, ਇਹ ਚੰਗੀ ਥਾਵਾਂ ਤੇ ਲੱਗੇ। ਮਸਤਾਨਾ ਸਾਹਿਬ, ਜਿਸ ਤਰ੍ਹਾਂ ਕਸ਼ਮੀਰ ਦੀ ਹੀ ਅਸੀਂ ਗੱਲ ਕਰ ਰਹੇ ਹਾਂ ਇਸ ਸਮੇਂ, ਤੇ ਤੁਸੀਂ ਦੱਸੋ ਮੈਨੂੰ, ਕਸ਼ਮੀਰ ਵਿੱਚ ਕੀ ਐਕਟ ਦੇ ਤਹਿਤ ਸਭ ਕੁਝ ਚੱਲ ਰਿਹਾ? ਤੁਹਾਡੇ ਨਜ਼ਰ ਵਿੱਚ ਅੱਜ ਤੱਕ ਕੀ ਤੁਸੀਂ ਐਕਟ ਦੇ ਤਹਿਤ ਕਿਹੜੇ-ਕਿਹੜੇ ਕੰਮ ਹੁੰਦੇ ਦੇਖੇ ਨੇ? ਮੈਂ ਇਸ ਗੱਲੋਂ ਤੁਹਾਨੂੰ ਸਾਫ਼, ਕਿਉਂਕਿ ਸੰਗਤ ਦੇ ਵਾਸਤੇ ਤੁਸੀਂ ਇਹ ਪੁੱਛ ਰਹੇ ਹੋ, ਲੋਕਾਂ ਤੱਕ ਜਾਣੀ ਹੈ ਗੱਲ, ਮੈਂ ਨਿਰਾਸ਼ ਹਾਂ। ਜੋ ਸੁਪਨਾ ਦੇਖ ਕੇ ਗੁਰਦੁਆਰਾ ਐਕਟ ਵਾਸਤੇ ਅਸਾਂ ਲੋਕਾਂ ਨੇ ਕੰਮ ਕੀਤਾ ਸੀ, ਕੁਰਬਾਨੀ ਕੀਤੀ ਸੀ, ਉਹਦੇ ਵਿਪਰੀਤ ਇਹ ਕੰਮ ਸਾਰਾ ਜਿਹੜਾ ਹੋ ਰਿਹਾ ਹੈ। ਇੱਕ ਗੱਲ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਤੁਸੀਂ ਵੈਲੀ ਨੂੰ ਲੈ ਲਓ, ਕਸ਼ਮੀਰ ਵੈਲੀ ਦੇ ਵਿੱਚ ਜਿਤਨੇ ਡਿਸਟ੍ਰਿਕਟ ਪ੍ਰਬੰਧਕ ਕਮੇਟੀਆਂ ਨੇ, ਇਤਿਹਾਸਕ ਗੁਰਦੁਆਰਿਆਂ ਦੀ ਕੰਸਟਰਕਸ਼ਨ ਸਾਰੀ ਦੀ ਸਾਰੀ ਕਾਰ ਸੇਵਾ ਵਾਲੇ ਬਾਬਿਆਂ ਨੇ ਕੀਤੀ ਹੈ। ਇਸ 25-30 ਸਾਲ ਵਿੱਚ ਜੇ ਉਹ ਤੁਸੀਂ ਕਾਰ ਸੇਵਾ ਵਾਲੇ ਬਾਬਿਆਂ ਦਾ ਕੰਮ ਇੱਕ ਪਾਸੇ ਰੱਖੋ ਤੇ ਡਿਸਟ੍ਰਿਕਟ ਕਮੇਟੀਆਂ ਦੀ ਐਨਾਲਿਸਿਸ ਕਰੋ, 30 ਸਾਲ ਦਾ ਮੈਨੂੰ ਦੱਸ ਦੇਣ ਇਹਨਾਂ ਨੇ ਕੀ ਕੀਤਾ ਹੈ, ਇਹਨਾਂ ਦੀ ਉਪਲਬਧੀ ਕੀ ਹੈ। ਜੇ ਉਹ ਕਿਧਰੇ ਜ਼ਾਹਿਰ ਨਹੀਂ ਹੋ ਸਕਦੀ ਸਾਡੇ ਕੋਲੋਂ, ਤੇ ਫਿਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਉਹ ਕੰਮ ਨਹੀਂ ਕਰ ਸਕੇ ਜਿਸ ਕੰਮ ਦੇ ਵਾਸਤੇ ਐਕਟ ਜਿਹੜਾ ਉਹ ਬਣਿਆ ਸੀ। ਜਿਸ ਤਰ੍ਹਾਂ ਕਿ ਮਸਤਾਨਾ ਸਾਹਿਬ, ਅਗਰ ਕੰਮ ਦਾ ਗੱਲ ਕਰੀਏ ਤੇ ਗੁਰਦੁਆਰਾ ਸਾਹਿਬ ਵਿੱਚ ਕਾਫੀ ਗੁਰਦੁਆਰੇ ਕਮੇਟੀਆਂ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਸਾਰਾ ਕੰਮ ਗੁਰਦੁਆਰਾ ਸਾਹਿਬ ਦੇ ਕੀਤਾ ਦਾ, ਕੰਸਟਰਕਸ਼ਨ ਅਸੀਂ ਕੀਤੀ ਦੀ ਨੇ, ਪਰ ਜਿਸ ਸਮੇਂ ਕੰਸਟਰਕਸ਼ਨ ਕਰਨ ਤੋਂ ਬਾਅਦ ਉਹਨਾਂ ਵਿੱਚ ਅਸੀਂ ਅਗਰ ਆਪਣੇ ਸਿੱਖ ਕਮਿਊਨਿਟੀ ਵਾਸਤੇ ਅਗਰ ਕੋਈ ਕੰਮ ਕਰ ਰਹੇ ਹਾਂ, ਤੇ ਸਾਡੇ ਸਿੱਖ ਕਮਿਊਨਿਟੀ ਦੇ ਬੱਚੇ ਨੇ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ, ਜਿਹੜਾ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਤੇ ਉਸ ਸਮੇਂ ਸਾਡੀ ਹੀ ਸਿੱਖ ਕਮਿਊਨਿਟੀ ਦੇ ਬੱਚਿਆਂ ਨੂੰ ਕਿਉਂ ਪਿੱਛੇ ਰੱਖਿਆ ਜਾਂਦਾ ਕਿ ਅਗਰ ਇਹ ਦੁਕਾਨਾਂ ਜਾਂ ਕੋਈ ਪ੍ਰਾਪਰਟੀ ਸਿੱਖ ਕਮਿਊਨਿਟੀ ਦੀ ਬਣੀ ਦੀ ਹੈ, ਜਿਹੜੀ ਅਸੀਂ ਓਪਨ, ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਜਿਹੜੇ ਜ਼ਰੂਰਤਮੰਦ ਬੱਚੇ ਨੇ ਅਸੀਂ ਉਹਨਾਂ ਨੂੰ ਪ੍ਰਾਇੋਰਟੀ ਦੇਈਏ ਕਿ ਤੁਸੀਂ ਆਓ ਤੇ ਇੱਥੇ ਦੁਕਾਨ ਖੋਲ ਸਕਦੇ ਹੋ, ਤੁਸੀਂ ਆਓ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਤੇ ਐਸਾ ਐਕਟ ਵਿੱਚ ਕਿਉਂ ਨਹੀਂ ਉਸ ਸਮੇਂ ਰੱਖਿਆ ਗਿਆ ਕਿ ਪ੍ਰਾਇੋਰਟੀ ਸਿੱਖ ਕਮਿਊਨਿਟੀ ਵਾਲਿਆਂ ਨੂੰ ਹੀ ਦਿੱਤਾ ਜਾਏ? ਨਹੀਂ, ਇਸ ਨੂੰ ਇਸ ਤਰ੍ਹਾਂ ਦਾ ਤਾਂ ਰੰਗ ਜਿਹੜਾ ਹੈ ਉਹ ਨਹੀਂ ਸੀ ਦਿੱਤਾ ਜਾ ਸਕਦਾ। ਐਸਾ ਕੋਈ ਪ੍ਰੋਵੀਜ਼ਨ ਨਹੀਂ ਜਿੱਥੇ ਇੱਕ ਕਮਿਊਨਿਟੀ ਵਾਸਤੇ ਖਾਸ ਤੌਰ ਤੇ ਰੱਖਿਆ ਜਾਵੇ। ਅਲਬੱਤਾ ਕੋਸ਼ਿਸ਼ ਡਿਸਟ੍ਰਿਕਟ ਕਮੇਟੀਆਂ ਦੀ ਇਹ ਰਹੀ ਹੈ। ਤੁਹਾਨੂੰ ਮੈਂ ਦੱਸਦਾ ਕਿ ਦੇਖੋ, ਨਿਰਮਾਣ ਭਵਨ ਬਣਿਆ ਸ੍ਰੀਨਗਰ ਦੇ ਵਿੱਚ, ਉੱਥੇ ਵੀ ਪ੍ਰਬੰਧਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬਈ ਘੱਟ ਤੋਂ ਘੱਟ ਜਿਹੜੀ ਹੁਣ ਉਹਨਾਂ ਦੀ ਇਨਕਮ ਦਾ ਜਾਂ ਜੋ ਫੁਟੇਜ ਦੇ ਹਿਸਾਬ ਤੇ ਜੋ ਉਹਨਾਂ ਨੇ ਮੀਟਰ ਰੱਖਿਆ ਸੀ, ਉਹਦੇ ਉੱਤੇ ਅਗਰ ਕੋਈ ਉਤਰਦਾ, ਅਗਰ ਕੋਈ ਸਿੱਖ ਨੌਜਵਾਨ ਆਉਂਦਾ ਜਾਂ ਸਿੱਖ ਕਾਰੋਬਾਰੀ ਆਉਂਦਾ ਹੈ, ਤੇ ਉਹਨਾਂ ਨੇ ਵੈਲਕਮ ਕੀਤਾ ਹੈ। ਨਹੀਂ, ਇਹ ਇਸ ਦਾ ਮਤਲਬ ਹੈ ਫਿਰ ਜਿਨ੍ਹਾਂ ਕੋਲ ਪੈਸਾ ਉਹਨਾਂ ਵਾਸਤੇ ਪ੍ਰਾਪਰਟੀ ਗੁਰਦੁਆਰਾ ਤਿਆਰ ਕਰ ਰਿਹਾ, ਉਹ ਫਿਰ ਇਹਦਾ ਗੁਰਦੁਆਰਾ ਸਾਹਿਬ ਵਿੱਚ ਅਮੀਰ ਲੋਕਾਂ ਵਾਸਤੇ ਤਿਆਰੀ ਹੋ ਰਹੀ ਹੈ ਪ੍ਰਾਪਰਟੀ ਦੀ, ਪੈਸਾ ਉਹਨਾਂ ਦਾ ਹੋ ਰਿਹਾ, ਤੇ ਜਿਹੜੇ ਗਰੀਬ ਤਬਕਾ ਹੈ ਸਿੱਖ ਕਮਿਊਨਿਟੀ ਵਿੱਚ ਜਿਹੜਾ ਕੰਮ ਕਰਨਾ ਚਾਹੁੰਦਾ, ਫਿਰ ਗੁਰਦੁਆਰੇ ਦੀ ਕਿੱਥੇ? ਫਿਰ ਮੈਂ ਜਾਣਨਾ ਚਾਹਾਂਗਾ ਕਿ ਫਿਰ ਸਾਡੇ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨੇ, ਜਿਹੜੇ ਸਾਡੇ ਲੋਕ ਉਹ ਕਿੱਥੇ ਨੇ? ਕੀ ਸਾਡੇ ਅਪਲਿਫਟ ਵਾਸਤੇ ਕੁਝ ਨਹੀਂ ਹੈ? ਸਾਡੇ ਗਰੀਬ ਬੱਚਿਆਂ ਵਾਸਤੇ ਕੁਝ ਨਹੀਂ ਹੈ? ਦੇਖੋ, ਅਸੀਂ ਸਿਰਫ ਅਮੀਰਾਂ ਵਾਸਤੇ ਹੀ ਤਿਆਰੀ ਕਰ ਰਹੇ ਹਾਂ ਗੁਰਦੁਆਰੇ ਦੀ ਪ੍ਰਾਪਰਟੀ। ਇੱਕ ਮੈਨੂੰ ਪੁਰਾਣੀ ਗੱਲ ਯਾਦ ਆ ਗਈ ਹੈ, ਗੁਰਦੁਆਰਾ ਕਲਗੀਧਰ ਜਵਾਹਰ ਨਗਰ ਹੈ ਜੀ, ਇਸ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਬਣੀਆਂ। ਜਦੋਂ ਗੁਰਦੁਆਰਾ ਤਿਆਰ ਕੀਤਾ, ਅਸੀਂ ਲੋਕ ਇਸ ਵਿੱਚ ਸਾਰੇ ਸ਼ਾਮਲ ਸਾਂ। ਦੁਕਾਨਾਂ ਬਣ ਗਈਆਂ ਤੇ ਲੋਕਾਂ ਦੀ ਇਹੋ ਡਿਮਾਂਡ ਆਈ ਕਿ ਵੀ ਇਹ ਸਿੱਖ ਪਰਿਵਾਰਾਂ ਤੱਕ ਇਹ ਰਹਿਣਾ ਮਿਲਣਾ ਚਾਹੀਦਾ। ਕਮੇਟੀ ਨੇ ਵੀ ਸੋਚਿਆ ਚਲੋ ਠੀਕ ਹੈ, ਹੋਰ ਥਾਂ ਸਿਟੀ ਦੇ ਵਿੱਚ ਤਾਂ ਕਿਤੇ ਮਿਲਦੀ ਨਹੀਂ, ਇਹ ਗੁਰਦੁਆਰੇ ਦੀਆਂ ਦੁਕਾਨਾਂ ਨੇ, ਇਸ ਨੂੰ ਅਸੀਂ ਸਿੱਖਾਂ ਦੇ ਉਹਨਾਂ ਕੋਲੋਂ ਹੀ ਐਪਲੀਕੇਸ਼ਨ ਲੈਂਦੇ ਹਾਂ। ਹਾਲਤ ਇਹ ਹੋ ਗਈ ਕਿ ਉਹਦੇ ਉੱਤੇ ਬਹੁਤ ਸਾਰੇ ਨੌਜਵਾਨਾਂ ਦੀਆਂ, ਬਜ਼ੁਰਗਾਂ ਦੀਆਂ ਦੂਜੀਆਂ ਕਾਫੀ ਦਰਖਾਸਤਾਂ ਜਿਹੜੀਆਂ ਆ ਗਈਆਂ। ਦੁਕਾਨਾਂ 4 ਸਨ। ਫਿਰ ਅਸੀਂ ਉਸ ਵਕਤ ਦਾ ਮੈਨੂੰ ਯਾਦ ਹੈ, ਉਸ ਵਕਤ ਦੇ ਪ੍ਰਬੰਧਕਾਂ ਨੇ ਕੀ ਕੀਤਾ, ਕੁੜਾ ਅੰਦਾਜ਼ੀ ਦੇ ਨਾਲ ਉਹਨਾਂ ਨੇ ਉਹ ਨੰਬਰ ਦਿੱਤੇ, ਉੱਥੇ ਰੱਖ ਕੇ ਤੇ ਕਿਸੇ ਕੋਲੋਂ ਉਠਵਾਇਆ। 4 ਦੁਕਾਨਾਂ ਦੇ 4 ਉਹਨਾਂ ਨੇ ਨੰਬਰ ਉਠਾਏ, ਜਿਨ੍ਹਾਂ 4 ਨੂੰ ਮਿਲੇ ਨੇ ਉਹਨਾਂ ਨੂੰ ਉਹ ਦੇ ਦਿੱਤੀ ਗਈ ਸੀ। ਉਸ ਤਰ੍ਹਾਂ ਉਹ ਇੱਕੋ ਕਮਿਊਨਿਟੀ ਦੇ ਦਾਇਰੇ ਵਿੱਚ ਐਸਾ ਹੋਇਆ। ਲੇਕਿਨ ਸਾਡੇ ਜਿਹੜੇ ਸਾਡੇ ਕਸ਼ਮੀਰ ਦੀ ਗੱਲ ਕਰ ਰਹੇ ਹਾਂ, ਸਾਡੇ ਕਸ਼ਮੀਰ ਵਿੱਚ ਕਾਫੀ ਬੱਚੇ ਨੇ, ਅਗਰ ਕਸ਼ਮੀਰ ਦੇ ਅੰਦਰ ਰਹਿ ਰਹੇ ਨੇ, ਕਈ ਬੱਚੇ ਨੇ ਜਿਨ੍ਹਾਂ ਦਾ ਐਸਾ ਸੋਰਸ ਨਹੀਂ ਹੈ ਕਿ ਉਹ ਬਾਹਰ ਜਾ ਕੇ ਪੜ੍ਹਾਈ ਕਰ ਸਕਣ, ਸੋਰਸ ਨਹੀਂ ਉਹਨਾਂ ਦਾ ਕਿ ਬਾਹਰ ਕੰਮ ਕਰ ਸਕਣ, ਨੌਕਰੀਆਂ ਦਾ ਉਹਨਾਂ ਦਾ ਨਹੀਂ, ਉੱਥੇ ਬੈਠੇ ਤੇ ਆਪਣਾ ਬਿਜ਼ਨਸ ਕਰ ਰਹੇ ਨੇ। ਬਿਜ਼ਨਸ ਕਰਨ ਵਾਸਤੇ ਉਹਨਾਂ ਨੂੰ ਜਗ੍ਹਾ ਮਿਲ ਕੇ ਗੁਰਦੁਆਰੇ ਕਮੇਟੀਆਂ ਦਾ ਫਰਜ਼ ਨਹੀਂ ਹੈ ਕਿ ਐਸੇ ਆਈਡੈਂਟੀਫਾਈ ਕਰਕੇ ਬੱਚੇ ਨੇ, ਐਸੇ ਬੱਚੀਆਂ ਨੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਕੋਈ ਕੰਮ ਖੋਲ੍ਹ ਕੇ ਦਿੱਤਾ ਜਾ ਸਕਦਾ।
ਕਿ ਗੁਰਦੁਆਰਾ ਸਾਹਿਬ ਸਿਰਫ ਮੱਥਾ ਟੇਕ ਕੇ ਜਿਹੜਾ ਪੈਸਾ ਆਂਦਾ ਉਹਨੂੰ ਕਿੱਥੇ ਲਗਾਉਂਦੇ ਨੇ, ਅਸੀਂ ਤੇ ਉਹਦੇ ਬਾਰੇ ਗੱਲ ਨਹੀਂ ਕਰਦੇ। ਗੁਰਦੁਆਰਾ ਸਾਹਿਬ ਦਾ ਪੈਸਾ ਹੈ ਕਿ ਸਾਡੀ ਐਸੀ ਕਮਿਊਨਿਟੀ ਐਸੇ ਬੱਚਿਆਂ ਵਾਸਤੇ ਨਹੀਂ ਲੱਗ ਸਕਦਾ ਕਿ ਉਹ ਪੈਸਾ ਉਹਨਾਂ ਲੋਕਾਂ ਵਾਸਤੇ ਨਹੀਂ ਹੈ? ਬਿਲਕੁਲ ਲੱਗਣਾ ਚਾਹੀਦਾ ਹੈ। ਇसी ਵਾਸਤੇ ਤਾਂ ਹੈ ਗੁਰੂ ਦੀ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ। ਅਗਰ ਸਾਡੇ ਤੁਹਾਨੂੰ ਲੱਗਦਾ ਕਸ਼ਮੀਰ ਵਿੱਚ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ? ਮੈਂ ਸਮਝਦਾ ਕਿ ਉਸ ਤਰ੍ਹਾਂ ਅਸੀਂ ਲੋਕ ਉਸ ਪਾਸੇ ਧਿਆਨ ਬਹੁਤਾ ਨਹੀਂ ਦੇ ਸਕੇ ਇਹਨਾਂ 3 ਸਾਲਾਂ ਵਿੱਚ। ਮੈਂ ਸੱਚ ਤੁਹਾਡੇ ਸਾਹਮਣੇ ਦੱਸਦਾ, ਮੈਂ ਇਸ ਵਕਤ ਕਿਸੇ ਜਥੇਬੰਦਕ, ਕਿਸੇ ਪਾਰਟੀ ਜਾਂ ਕਿਸੇ ਇਸ ਦੇ ਤਹਿਤ ਨਹੀਂ ਗੱਲ ਕਰ ਰਿਹਾ। ਮੈਂ ਤੁਹਾਨੂੰ ਇੱਕ ਫੈਕਚੁਅਲ ਪੋਜੀਸ਼ਨ ਦੱਸ ਰਿਹਾ ਕਿ ਅਸੀਂ ਉਹਨਾਂ ਜਿਹੜੀ ਬੁਨਿਆਦੀ ਚੀਜ਼ਾਂ ਸਨ ਉਹਨਾਂ ਤੋਂ ਕਾਫੀ ਦੂਰ ਰਹੇ। ਕਿ ਪੈਸਾ ਇਕੱਠਾ ਕਰਕੇ ਕਮੇਟੀਆਂ ਮਿਲ ਕੇ ਉੱਥੇ ਇੱਕ ਸਕੂਲ ਨਹੀਂ ਖੋਲ ਸਕਦੇ? ਜਿਹੜਾ ਸਕੂਲ ਖੋਲੇ ਨੇ ਉਹ ਵੀ ਨਹੀਂ ਚੱਲ ਰਹੇ, ਕੋਈ ਕਾਲਜ ਨਹੀਂ ਖੋਲ ਸਕਦੇ, ਕੋਈ ਪ੍ਰੋਫੈਸ਼ਨਲ ਕਾਲਜ ਨਹੀਂ ਖੋਲ ਸਕਦੇ, ਕੋਈ ਐਸਾ ਇੰਸਟੀਚਿਊਟ ਨਹੀਂ ਖੋਲ ਸਕਦੇ, ਕਿ ਕੋਈ ਟ੍ਰੇਨਿੰਗ ਸੈਂਟਰ ਨਹੀਂ ਖੋਲ ਸਕਦੇ। ਇੱਕ ਦਸਤਕਾਰੀ ਆਸ਼ਰਮ ਚੱਲ ਰਿਹਾ ਸੀ, ਉਹ ਦਸਤਕਾਰੀ ਆਸ਼ਰਮ ਮੰਤ ਮਨਜੀਤ ਸਿੰਘ ਉਹਨਾਂ ਨੇ ਜਿਹੜਾ ਸਟਾਰਟ ਕੀਤਾ ਸੀ, ਮਗਰ ਉਹਦੇ ਵਿੱਚ ਵੀ ਕੋਈ ਟ੍ਰੇਨਿੰਗ ਨਹੀਂ ਹੋ ਰਹੀ। ਉਹ ਇੱਕ ਟੈਕਨੀਕਲ ਆਸ਼ਰਮ ਹੈ, ਉਹ ਟੈਕਨੀਕਲ ਆਸ਼ਰਮ ਹੈ, ਤੇ ਉਸ ਦੇ ਵਿੱਚ ਵੀ ਨਹੀਂ ਟ੍ਰੇਨਿੰਗ ਹੋ ਰਹੀ। ਕਿ ਕਸ਼ਮੀਰ ਵਿੱਚ ਸਾਡੇ ਲੋਕਾਂ ਦਾ ਉਸ ਪਾਸੇ ਧਿਆਨ ਹੀ ਨਹੀਂ ਹੈ, ਤਵੱਜੋ ਹੀ ਨਹੀਂ ਹੈ ਕਿ ਉਹਨਾਂ ਜਿਹੜੇ ਕਮੇਟੀ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਬੱਚੇ ਅਗਰ ਬੜੇ ਨੇ ਸਿਰਫ ਉਹਨਾਂ ਦੀ ਨੌਕਰੀਆਂ ਦਾ ਧਿਆਨ ਹੈ। ਕਿ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਜੀ ਕਿ ਜਿਸ ਵਕਤ ਇਹ ਐਕਟ ਅਸਾਂ ਲੋਕਾਂ ਨੇ ਲਵਾਇਆ ਉਸ ਵਕਤ ਸਾਡੇ ਕੋਲ ਇਹੋ ਸੁਪਨੇ ਸਨ ਜਿਹੜੇ ਤੁਸੀਂ ਇਸ ਵਕਤ ਜਜ਼ਬਾਤ ਦੱਸ ਰਹੇ ਹੋ। ਇਹ ਜਜ਼ਬਾਤ ਸਾਡੇ ਵੀ ਸਨ ਉਸ ਵਕਤ। ਅਸੀਂ ਸੋਚਦੇ ਸਾਂ ਸ਼ਾਇਦ ਐਕਟ ਲੱਗਣ ਤੋਂ ਬਾਅਦ, ਐਕਟ ਇੰਪਲੀਮੈਂਟ ਹੋਣ ਤੋਂ ਬਾਅਦ ਐਸੇ ਕੰਮ ਹੋਣਗੇ, ਪਰ ਐਸਾ ਹੋਇਆ ਕਿ ਅਗਰ ਕਿਤੇ ਦੇਖੋ, ਇੱਕ ਮਿਸਾਲ ਦੇਣਾ, 76 ਔਰ 79 ਵਿੱਚ 2 ਇਲੈਕਸ਼ਨਾਂ ਹੋਈਆਂ। ਇਹਨਾਂ ਦੋਵਾਂ ਵਿੱਚ ਜਿਹੜੇ ਪ੍ਰਬੰਧਕ ਆਏ ਉਹਨਾਂ ਨੇ ਕੰਮ ਦੀ ਬੁਨਿਆਦ ਸ਼ੁਰੂਆਤ ਕਰਵਾਈ ਸੀ। ਤੁਸੀਂ ਪੁੱਛੋਗੇ ਕਿਸ ਤਰ੍ਹਾਂ? ਪਿੰਡਾਂ ਦੇ ਵਿੱਚ ਪੰਜਾਬੀ ਦੇ ਵਿਦਿਆਲੇ ਛੋਟੇ ਖੋਲੇ ਗਏ ਸਨ। ਉਹ ਤੇ ਅੱਜ ਵੀ ਚੱਲ ਰਹੇ ਨੇ। ਉਹ ਸਿੱਖ ਮਿਸ਼ਨਰੀ ਕਾਲਜ ਅੱਜ ਵੀ ਚਲਾ ਰਹੇ। ਉਹ ਸਿੱਖ ਮਿਸ਼ਨਰੀ ਕਾਲਜ ਨਾ ਹੁੰਦਾ ਤਾਂ ਕਦੀ ਨਾ ਚੱਲਦੇ। ਦੇਖੋ ਵੀ ਅਗਰ ਸਿੱਖ ਮਿਸ਼ਨਰੀ ਕਾਲਜ ਨਾ ਹੁੰਦਾ, ਉਹ ਵੀ ਕਮੇਟੀ ਦਾ ਕੰਮ ਨਹੀਂ ਹੈ। ਉਹ ਸਿੱਖ ਮਿਸ਼ਨਰੀ ਕਾਲਜ ਅਲੱਗ ਚੱਲ ਰਿਹਾ, ਉਹ ਗੁਰਦੁਆਰਾ ਕਮੇਟੀ ਦੇ ਨਾਲ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਨਾ, ਮੈਂ ਉਸੇ ਮਿਸਾਲ ਉਹੀ ਦੇ ਰਿਹਾ। ਜਿਹੜੀਆਂ ਉਹਨਾਂ ਦੋਵਾਂ ਡਿਸਟ੍ਰਿਕਟ ਕਮੇਟੀਆਂ ਨੇ ਉਹ ਵਿਦਿਆਲੇ ਖੋਲੇ ਸਨ, ਉਹ ਜਦੋਂ ਚੇਂਜ ਆਈ ਨਾ 82 ਵਿੱਚ, ਸਾਰੇ ਵਿਦਿਆਲੇ ਬੰਦ ਹੋ ਗਏ। ਨਹੀਂ ਜੀ, ਇਹਦੇ ਨਾਲ ਇਹਦਾ ਕੀ ਫਾਇਦਾ ਹੈ? ਇਹ ਤੁਸੀਂ ਪੜ੍ਹ ਕੇ ਕੀ ਕਰੋਗੇ? ਹੋ ਗਏ ਬੰਦ। ਫਿਰ ਸ਼ੁਕਰ ਕਰਦਾ ਮੈਂ ਕਿ ਤਾਂ ਵੀ ਇਹ ਸਿੱਖ ਮਿਸ਼ਨਰੀ ਕਾਲਜ ਦੇ ਨੌਜਵਾਨ ਜਿਹੜੇ ਮਿਸ਼ਨਰੀ ਜੁੜੇ ਹੋਏ ਸਨ ਇਸ ਨਾਲ, ਉਹਨਾਂ ਨੇ ਇਸ ਨੂੰ ਜ਼ਿੰਦਾ ਰੱਖਿਆ। ਗੁਰਦੁਆਰਿਆਂ ਦੇ ਵਿੱਚ ਕਲਾਸਾਂ ਲੈ ਕੇ ਬੱਚਿਆਂ ਨੂੰ। ਹੋਰ ਕੋਈ ਐਕਟ ਦੇ ਵਿੱਚ ਕੋਈ ਐਸੀ ਕੋਈ ਖਾਸ ਜਿਹੜੀ ਤੁਸੀਂ ਦੱਸਣਾ ਚਾਹੋਗੇ ਕਿ ਅਗਰ ਉਹ ਐਕਟ ਦੇ ਵਿੱਚ ਇੰਪਲੀਮੈਂਟ ਹੁੰਦਾ, ਸੋਹਣੇ ਤਰੀਕੇ ਨਾਲ ਚੱਲਦਾ, ਤੇ ਅਸੀਂ ਕਿਤੇ ਤੋਂ ਕਿਤੇ ਪੁੱਜੇ ਦੇ ਹੁੰਦੇ? ਨਹੀਂ, ਮੈਨੂੰ ਲੱਗਦਾ ਕਿ ਹੁਣ ਚੂੰਕਿ ਸਿਆਸੀ ਵੀ ਚੇਂਜ ਹੋ ਗਿਆ। ਦੇਖੋ ਹੁਣ ਅੱਗੇ ਪੂਰੀ ਸਟੇਟ ਸੀ, ਹੁਣ ਸਟੇਟ ਦੀ ਜਗ੍ਹਾ ਤੇ ਯੂਟੀ 2 ਯੂਟੀਆਂ ਬਣ ਗਈਆਂ। ਇਹਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਇਹਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਇੱਕ ਤਾਂ ਸਾਡੀ ਜਿਹੜੀ ਇਲੈਕਸ਼ਨ ਦੀ ਪ੍ਰਣਾਲੀ ਹੈ ਨਾ, ਇਸ ਨੂੰ, ਇਸ ਪੈਟਰਨ ਨੂੰ ਚੇਂਜ ਕਰਨਾ ਚਾਹੀਦਾ ਹੈ। ਚੇਂਜ ਹੋਏਗਾ ਯੂਟੀ ਦੇ ਹਿਸਾਬ ਨਾਲ। ਦਿੱਲੀ ਵਿੱਚ ਯੂਟੀ ਹੈ, ਦਿੱਲੀ ਪੈਟਰਨ ਹੋਵੇ। ਐਸਜੀਪੀ ਪੈਟਰਨ ਦੇ ਵਿੱਚ ਕਿਹੜੀ ਚੇਂਜਸ ਨੇ? ਦਿੱਲੀ ਦੇ ਵਿੱਚ ਇਹ ਹੈ ਕਿ ਸਾਡਾ ਪੈਟਰਨ ਹੈ ਡਿਸਟ੍ਰਿਕਟ ਕਮੇਟੀ ਦੀ ਇਲੈਕਸ਼ਨ, ਫਿਰ ਡਿਸਟ੍ਰਿਕਟ ਕਮੇਟੀ ਚੁਣਦੀ ਹੈ ਬੋਰਡ। ਉੱਥੇ ਕੋਈ ਡਿਸਟ੍ਰਿਕਟ ਕਮੇਟੀ ਨਹੀਂ ਹੈ। ਦੇਖੋ ਦਿੱਲੀ ਵਿੱਚ ਵੀ 5 ਲੱਖ ਤੋਂ ਉੱਪਰ ਸਿੱਖ ਵਸਦਾ ਹੈ, ਉਹ ਵੀ ਇਲੈਕਸ਼ਨ ਦੇ ਤਹਿਤ ਵੋਟਾਂ ਪਾਉਂਦੇ ਨੇ। ਔਰ ਉਹ ਜਿਤਨੇ ਮੈਂਬਰ ਉਹਨਾਂ ਦੇ ਬਣਦੇ ਨੇ, ਉਹ ਅਕੋਰਡਿੰਗ ਟੂ देयर ਸਟਰੈਂਥ ਉਹਨਾਂ ਨੇ ਰੱਖੇ ਹੋਏ ਨੇ, ਡਿਫਾਈਨਡ ਕੀਤੀਆਂ ਨੇ ਕਾਨਸਟੀਟੂਐਂਸੀਆਂ। ਉਹ ਜਿੱਤਦੇ ਨੇ, ਉਹੀ ਉਹ ਬੋਰਡ ਬਣਦਾ, ਉਹੀ ਉਹਨਾਂ ਦੀ ਕਮੇਟੀ ਹੁੰਦੀ ਹੈ। ਇੱਥੇ ਜਿਹੜੇ ਦਿੱਲੀ ਬੋਰਡ ਵਿੱਚ ਇੱਕ ਚੀਜ਼ ਹੋ ਰਿਹਾ, ਦਿੱਲੀ ਦੀ ਜਿਹੜੀ ਯੂਟੀ ਦੇ ਵਿੱਚ ਹੈ, ਜਿਹੜਾ ਸਾਨੂੰ ਪਤਾ ਸ਼ਾਇਦ ਹੋ ਸਕਦਾ ਸਾਡੀ ਨੌਲੇਜ ਘੱਟ ਹੋਏ ਤਾਂ ਤੁਸੀਂ ਦੱਸ ਸਕਦੇ ਹੋ, ਕਿ ਜਿਹੜਾ ਗਵਰਨਮੈਂਟ ਐਮਪਲਾਈ ਹੈ ਉਹ ਇਲੈਕਸ਼ਨ ਨਹੀਂ ਲੜ ਸਕਦਾ, ਗੁਰਦੁਆਰਾ ਇਲੈਕਸ਼ਨ ਜਿਹੜਾ ਯੂਟੀ ਦੇ ਵਿੱਚ ਹੈ। ਆਹੋ, ਉਹ ਫਿਰ ਉਹ ਉੱਥੇ ਰੂਲਸ ਪਾਏ ਜਾ ਸਕਦੇ ਨੇ। ਉਹ ਉਸ ਵਕਤ ਅਸੀਂ ਕਈਆਂ ਲੋਕਾਂ ਨੇ ਪੁੱਛਿਆ ਸੀ ਕਿ ਤੁਸੀਂ ਇਹ ਕਿਉਂ ਨਹੀਂ ਇਹਦੇ ਵਿੱਚ ਇਨਸਰਟ ਕੀਤਾ ਕਿ ਗਵਰਨਮੈਂਟ ਐਮਪਲਾਈ ਦੇ ਵਿੱਚ ਨਾ ਆਵੇ। ਕਿਉਂਕਿ ਉਸ ਵਕਤ ਇਹ ਰੀਜ਼ਨ ਦਿੱਤਾ ਜਾਂਦਾ ਸੀ ਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਰਕਾਰੀ ਮੁਲਾਜ਼ਮ ਹੀ ਨੇ, ਤੁਹਾਨੂੰ ਇਤਨਾ ਸਟੱਫ ਜਿਹੜਾ ਉਹ ਨਹੀਂ ਮਿਲਣਾ, ਇਤਨੇ ਲੋਕ ਤੁਹਾਨੂੰ ਨਹੀਂ ਮਿਲਣੇ, ਇਸ ਵਾਸਤੇ ਤੁਸੀਂ ਰਹਿਣ ਦਿਓ, ਜਦੋਂ ਮੌਕਾ ਮਿਲੇਗਾ ਤੁਸੀਂ ਅਮੈਂਡਮੈਂਟ ਕਰ। ਐਕਟ ਕੀ ਕਹਿੰਦਾ ਹੈ ਕਿ ਬਡਗਾਮ ਦੀ ਕਮੇਟੀ ਤੇ 2 ਬੰਦਿਆਂ ਨੇ ਸਟੇ ਲਿਆਇਆ ਦਾ, ਅੱਜ ਤੱਕ ਉੱਥੇ 10 ਹੀ ਮੈਂਬਰ ਹੈ, 11ਵਾਂ ਮੈਂਬਰ ਬਣ ਹੀ ਨਹੀਂ ਪਾਇਆ, ਤੇ ਉਹ ਸਟੇ 5 ਸਾਲ ਤੋਂ ਇਸ ਤਰ੍ਹਾਂ ਹੀ ਚੱਲਦਾ ਰਿਹਾ। ਹੁਣ ਨਵੀਂ ਇਲੈਕਸ਼ਨ ਕਰਨਗੇ, ਕਿਸ ਤਰੀਕੇ ਨਾਲ ਕਰਨਗੇ ਜਦ ਕਿ ਉਹ ਸਟੇ ਹੀ ਨਹੀਂ ਹਟਿਆ? ਕੀ ਉਹ ਸਟੇ ਲਿਆ ਕੇ ਉਹਨਾਂ ਨੇ ਕੌਮ ਦਾ ਨੁਕਸਾਨ ਨਹੀਂ ਕੀਤਾ? ਕਿਹੜੀ ਕਮੇਟੀ ਦਾ? ਬਡਗਾਮ ਕਮੇਟੀ ਵਿੱਚ ਰੰਗਰਟ ਤੋਂ ਤੇ ਇੱਕ ਸਟੇ ਉਧਰ ਆਇਆ ਦਾ। ਕਿ ਤੁਹਾਨੂੰ ਨਹੀਂ ਲੱਗਦਾ ਕੌਮ ਦਾ ਨੁਕਸਾਨ ਹੈ ਸਟੇ ਕਰਕੇ ਪਰਸਨਲ ਬੈਨੀਫਿਟਸ ਵਾਸਤੇ, ਕਿ ਉਹ ਆਪਸ ਵਿੱਚ ਮਿਲ ਕੇ ਉਸ ਨੂੰ ਸੁਲਝਾ ਨਹੀਂ ਸਕਦੇ ਸਰ ਕੌਮ ਦੇ ਵਾਸਤੇ? ਅਗਰ ਉਹਨਾਂ ਦਾ ਕੀ ਬੈਨੀਫਿਟ ਸੀ ਕਿ ਜਿਹੜੇ ਇੱਕ ਦੂਜੇ ਤੇ ਉਹਨਾਂ ਨੇ ਸਟੇ ਲਿਆਂਦਾ? ਇਹ ਕੋਈ ਬਹੁਤ ਵੱਡਾ ਮਸਲਾ ਹੈ ਨਹੀਂ ਸੀ ਜਿਸ ਨੂੰ ਬੈਠਿਆ ਜਾਏ, ਸੰਗਤ ਦੇ ਰੂਪ ਵਿੱਚ ਵੀ ਬਿਠਾਇਆ ਜਾਏ, ਇਹਦਾ ਫੈਸਲਾ ਬਿਲਕੁਲ ਹੱਲ ਹੋ ਸਕਦਾ ਹੈ। ਤਾਂ ਕੋਈ ਐਸੀ ਗੱਲ ਨਹੀਂ ਸੀ। ਲੇਕਿਨ ਗੁਰਦੁਆਰਾ ਸਾਹਿਬ ਜਿਹੜੇ ਨੇ ਕਿ ਬਿਜ਼ਨਸ ਕਰਨ ਵਾਸਤੇ ਹੈ। ਤੁਹਾਨੂੰ ਮੈਂ ਦੱਸਾਂ, ਤੁਸੀਂ ਜਿਹੜਾ ਬੋਰਡ ਤੇ ਸਟੇ ਆਇਆ ਉਹ ਤਾਂ ਡਿਸਟ੍ਰਿਕਟ ਦੀ ਇੱਕ ਕੌਂਸਟੀਟੂਐਂਸੀ ਤੁਸੀਂ ਗੱਲ ਕਰਦੇ ਹੋ। ਮੈਂ ਤੁਹਾਨੂੰ ਕਹਿੰਦਾ ਕਿ ਜਿਹੜਾ ਬੋਰਡ ਦੇ ਉੱਤੇ ਸਟੇ ਆਇਆ, ਨਹੀਂ 20 ਸਾਲ ਤੋਂ ਜਿਹੜਾ ਹੈ ਉਹ ਨਹੀਂ ਉਹਦਾ ਕੱਢੋ ਨਾ, ਰੂਟ ਕੱਢੋ ਨਾ, ਉਹਦਾ ਕੀ ਕਾਰਨ ਹੋਇਆ? ਬੋਰਡ ਕਿਉਂ ਨਹੀਂ ਬਣ ਸਕਿਆ? ਤੁਹਾਨੂੰ ਪਤਾ ਇਸ ਗੱਲ ਦਾ? ਜੀ ਦੱਸੋ। ਬੋਰਡ ਇਸ ਕਰਕੇ ਨਹੀਂ ਬਣ ਸਕਿਆ ਕਿ ਕਿਸੇ ਇੱਕ ਵਿਅਕਤੀ ਦੇ ਦਿਮਾਗ ਵਿੱਚ, ਕਸ਼ਮੀਰ ਵਿੱਚ ਇਹ ਖਿਆਲ ਆਇਆ
ਕਿ ਜਿਹੜੇ ਬੋਰਡ ਦੀਆਂ ਡਿਫਾਈਨਡ 7 ਸੀਟਾਂ ਨੇ, ਇਹਨਾਂ ਵਿੱਚੋਂ ਇੱਕ ਸੀਟ ਮੈਂ ਕੱਢ ਕੇ ਤੇ ਆਪਣੇ ਡਿਸਟ੍ਰਿਕਟ ਵਿੱਚ ਪਾ ਦਿਆਂ। ਅੱਛਾ ਬਗੈਰ ਕਿਸੇ ਦੀ ਕੰਸਲਟੇਸ਼ਨ ਦੇ, ਉਸ ਵਕਤ PDP ਦੀ ਗਵਰਨਮੈਂਟ ਸੀ, ਉਸ ਨਾਲ ਮਿਲ ਕੇ ਉਹਨਾਂ ਨੇ ਇੱਕ SRO ਕਢਵਾ ਦਿੱਤਾ ਤੇ ਡਿਸਟ੍ਰਿਕਟ ਪੁਲਵਾਮਾ ਦੀ ਜਿਹੜੀ ਬੋਰਡ ਦੀ ਸੀਟ ਹੈ ਉਹਨੂੰ ਉੱਥੋਂ ਸ਼ਿਫਟ ਕਰਵਾ ਕੇ ਬਾਰਾਮੂਲਾ ਡਿਸਟ੍ਰਿਕਟ ਵਿੱਚ ਜੋੜ ਦਿੱਤੀ ਗਈ। ਅੱਛਾ ਹੁਣ ਇਹ ਚੀਜ਼ ਦਾ ਬਰਦਾਸ਼ਤ ਨਹੀਂ ਕਰ ਸਕਦਾ ਕੋਈ। ਜਿਹੜੀ ਡਿਸਟ੍ਰਿਕਟ ਕਮੇਟੀ ਇਲੈਕਟਡ ਸੀ ਪੁਲਵਾਮਾ ਦੀ, ਉਹਨਾਂ ਨੂੰ ਪਤਾ ਲੱਗਾ, ਉਹ ਇੱਕਦਮ ਆਏ, ਉਹਨਾਂ ਦੇ ਨਾਲ ਇਲੈਕਸ਼ਨ ਅਜੇ ਚੱਲ ਰਹੀ ਸੀ, ਉਹਨਾਂ ਕਿਹਾ ਬਈ ਇਹ ਤਾਂ ਤੁਸੀਂ ਐਕਟ ਦੀ ਉਲੰਘਣਾ ਤਾਂ ਕੋਈ, ਤੁਸੀਂ ਦੱਸੋ ਕਿਸ ਤਰ੍ਹਾਂ, ਕਿਹੜੇ SRO ਦੇ ਤਹਿਤ ਕੀਤਾ, ਕਿਹੜਾ ਤੁਸੀਂ ਇਹਦੀ ਕੋਈ ਅਮੈਂਡਮੈਂਟ ਕੀਤੀ ਹੋਈ ਹੈ, ਇਹ